ਸਾਰਿਆਂ ਨੂੰ ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੇ ਪੰਜਾਬੀ ਦੀ ਦੂਜਾ ਪਾਠ ਕਹਾਣੀ ਦਾ ਅੰਗ ਸੰਗ ਪੜ੍ਹਾਂਗੇ ਅਤੇ ਇਹ ਕਹਾਣੀ ਅਸੀਂ ਪਾਰਟ 1 ਅਤੇ ਪਾਰਟ 2 ਵਿੱਚ ਡਿਵਾਈਡ ਕੀਤੀ ਹੋਈ ਹੈ। ਹੁਣ ਅਸੀਂ ਪਾਰਟ 1 ਪੜ੍ਹਾਂਗੇ ਅਤੇ ਸਾਡੀ ਜੋ ਨੈਕਸਟ ਵੀਡੀਓ ਆਏਗੀ ਉਹ ਪਾਰਟ 2 ਦੀ ਆਏਗੀ। ਤੋ ਇਸ ਵਿੱਚ ਅਸੀਂ ਲਾਈਨ ਵਾਈਜ਼ ਲਾਈਨ ਐਕਸਪਲੇਨੇਸ਼ਨ ਮੈਂ ਕਰਾਂਗੀ ਅਤੇ ਹੁਣ ਤੁਹਾਨੂੰ ਇਸਦੀ ਸ਼ਾਰਟ ਸਮਰੀ ਦੀ ਵੀਡੀਓ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ। ਔਰ ਇਹ CBSE PSB ਦੇ ਦੋਨੋਂ 'ਚ ਆਉਣਗੇ। ਅਤੇ ਹੁਣ ਅਸੀਂ ਆਪਣਾ ਚੈਪਟਰ ਸਟਾਰਟ ਕਰ ਲੈਂਦੇ ਹਨ। ਅਤੇ ਇਸ ਦੇ ਪਾਤਰ ਕੌਣ ਕੌਣ ਹਨ? ਅਤੇ ਕਰਤਾਰ ਸਿੰਘ ਇਸ ਕਹਾਣੀ ਦਾ ਮੁੱਖ ਪਾਤਰ ਹਨ ਅਤੇ ਉਸਦੀ ਪਤਨੀ ਅਤੇ ਅਮਰੀਕ ਕਰਤਾਰ ਸਿੰਘ ਦਾ ਮੁੰਡਾ, ਵੱਡਾ ਪੁੱਤਰ ਅਮਰੀਕ ਅਤੇ ਛੋਟਾ ਪੁੱਤਰ ਮਹਿੰਦਰ। ਅਤੇ ਉਸਦੀਆਂ ਕਰਤਾਰ ਸਿੰਘ ਦੀਆਂ 2 ਧੀਆਂ ਵੀ ਹਨ ਜਿਨ੍ਹਾਂ ਦਾ ਵਿਆਹ ਵੀ ਹੋਇਆ ਹੈ ਅਤੇ ਇੱਕ ਧੀ ਹੈ ਜੋ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਅਤੇ ਇਸ ਕਹਾਣੀ ਦੇ ਮੁੱਖ ਪਾਤਰ ਹਨ ਜਿਸ ਤੋਂ ਅਸੀਂ ਪੜ੍ਹਾਂਗੇ। ਅਤੇ ਇਹ ਕਹਾਣੀ ਵਰਿਆਮ ਸੰਧੂ ਦੀ ਹੈ ਅਤੇ ਉਹਨਾਂ ਦੀ ਅਸੀਂ ਪਹਿਲਾਂ ਸ਼ਖਸੀਅਤ ਅਤੇ ਰਚਨਾ ਪੜ੍ਹਾਂਗੇ, ਫਿਰ ਉਹਨਾਂ ਦੀ ਕਹਾਣੀ। ਵਰਿਆਮ ਸੰਧੂ ਦਾ ਜਨਮ 1945 ਨੂੰ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਅਤੇ ਪਿਤਾ ਸ਼੍ਰੀ ਦੀਦਾਰ ਸਿੰਘ ਦੇ ਘਰ ਪਿੰਡ ਚਵਿੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ MPhil ਪੰਜਾਬੀ ਹਨ। ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦੇ ਲੈਕਚਰ ਲੱਗੇ ਰਹੇ ਅਤੇ ਉੱਥੋਂ ਹੀ ਸੇਵਾ ਮੁਕਤ ਹੋਏ। ਅਤੇ ਸੰਧੂ ਪੰਜਾਬੀ ਦੇ ਸਿਰਮੌਰ ਕਹਾਣੀਕਾਰਾਂ ਵਿੱਚੋਂ ਹਨ। ਉਹਨਾਂ ਨੇ ਪੰਜਾਬੀ ਕਹਾਣੀ ਦੇ ਮੁਹਾਵਰੇ ਨੂੰ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਆਪਣੀ ਕਹਾਣੀਆਂ ਵਿੱਚ ਅਜੋਕੇ ਪੇਂਡੂ ਸਮਾਜ ਦੀ ਛੋਟੀ ਕਿਸਾਨੀ ਕਿਰਤੀਆਂ ਅਤੇ ਨਿਮਨ ਮੱਧਵਰਗੀ ਪਾਤਰਾਂ ਦੇ ਦੁਖਾਂਤ ਨੂੰ ਬੜੀ ਡੂੰਘਾਈ ਨਾਲ ਬਿਆਨਿਆ ਹੈ। ਉਹਨਾਂ ਦੇ 4 ਕਹਾਣੀ ਸੰਗ੍ਰਹਿ ਲੋਹੇ ਦੇ ਹੱਥ, ਅੰਗ ਸੰਗ ਜੋ ਅਸੀਂ ਪੜ੍ਹ ਰਹੇ ਹਨ ਅਤੇ ਭੱਜੀਆਂ ਭਾਈ ਅਤੇ ਚੋਖੀ ਕੁੱਟ ਛਪ ਚੁੱਕੇ ਹਨ। ਚੋਖੀ ਕੁੱਟ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਪ੍ਰਾਪਤ ਹੋਇਆ। ਵਰਿਆਮ ਸਿੰਘ ਸੰਧੂ ਨੇ ਸਿਰਫਨਾਮੇ, ਇੱਕ ਜੀਵਨੀ ਅਤੇ 3 ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ ਹਨ। ਲੰਬੀ ਕਹਾਣੀ ਨੇ ਸੰਧੂ ਨੂੰ ਬੇਹੱਦ ਪ੍ਰਸਿੱਧੀ ਅਤੇ ਪ੍ਰਵਾਨਗੀ ਹਾਸਲ ਕਰਵਾਈ। ਹਥਲੀ ਪਾਠ ਪੁਸਤਕ ਵਿੱਚ ਵਰਿਆਮ ਸਿੰਘ ਸੰਧੂ ਦੀ ਪ੍ਰਤਿਨਿਧ ਕਹਾਣੀ ਅੰਗ ਸੰਗ ਸ਼ਾਮਲ ਕੀਤੀ ਗਈ ਹੈ। ਅਤੇ ਇਹਨਾਂ ਦੀਆਂ 4 ਕਹਾਣੀਆਂ ਸੀਗੀਆਂ ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀਂ ਅਤੇ ਚੌਥੀ ਕੁੱਟ। ਤਾਂ ਇਹਨਾਂ 4 ਕਹਾਣੀਆਂ ਵਿੱਚੋਂ ਅਸੀਂ ਅੰਗ ਸੰਗ ਪੜ੍ਹਾਂਗੇ। ਅੰਗ ਸੰਗ। ਅੱਜ ਭੋਗ ਪੈ ਰਿਹਾ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ। ਸਾਰਾ ਪਰਿਵਾਰ ਅਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ। ਉਹ ਜੋ ਜਾਗ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੰਜਾ ਝਾਉਂਦਾ, ਪੱਠੇ ਕੁਤਰਦਾ ਅਤੇ ਡੰਗਰ ਖੋਲ੍ਹਦਾ, ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ, ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਬੁੱਲ੍ਹਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਹਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ ਸੰਗ ਹੀ ਹੈ। ਅੰਗ ਸੰਗ ਮਤਲਬ ਉਸਕੇ ਆਸ-ਪਾਸ ਹੀ ਹੈ। ਇਸੇ ਘਰ ਵਿੱਚ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ, ਸ਼ਰਾਬ ਵਿੱਚ ਗੁੱਟ। ਤਾਂ ਇਸ ਕਹਾਣੀ ਵਿੱਚ ਅਮਰੀਕ ਸਭ ਤੋਂ ਵੱਡਾ ਮੁੰਡਾ ਹੁੰਦਾ ਹੈ ਅਤੇ ਜੋ ਕਰਤਾਰ ਸਿੰਘ ਹੁੰਦਾ ਹੈ ਉਸਦਾ ਦੇਹਾਂਤ ਹੋ ਜਾਂਦਾ ਹੈ ਅਤੇ ਉਸਦਾ ਵੱਡਾ ਮੁੰਡਾ
ਨੂੰ ਉਸਦੇ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਦਿੰਦੇ ਹਨ ਕਿ ਹੁਣ ਤੇਰਾ ਪਿਤਾ ਤਾਂ ਹੈ ਨਹੀਂ, ਤੂੰ ਹੀ ਆਪਣਾ ਪਰਿਵਾਰ ਨੂੰ ਸਾਂਭਣਾ ਹੈ। ਤਾਂ ਇਹ ਸ਼ੁਰੂਆਤ ਹੈ ਸਾਡੇ ਇਸ ਚੈਪਟਰ ਦੀ। ਅਤੇ ਹੁਣ ਅਸੀਂ ਅੱਗੇ ਪੜ੍ਹਾਂਗੇ ਕਿ ਕਿਵੇਂ ਕਰਤਾਰ ਸਿੰਘ ਦੀ ਮੌਤ ਹੋਈ ਅਤੇ ਉਹਦਾ ਕਾਰਨ ਕੀ ਸੀ। ਅਮਰੀਕ ਸਰਕਾਰੀ ਮੁਲਾਜ਼ਮ ਸੀ। ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ, ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਨਾਲ ਤੁਰੇ ਸਨ। ਅਮਰੀਕ ਸੋਚਦਾ ਹੈ ਕਿ ਜੋ ਉਸਦਾ ਪਿਤਾ ਹੈ ਕਰਤਾਰ ਸਿੰਘ, ਉਸਦੀ ਮੌਤ ਤੋਂ ਪਹਿਲਾਂ ਉਹ ਜੋ ਕਰਤਾਰ ਸਿੰਘ ਹੁੰਦਾ ਉਸਦੀ ਮਤਲਬ ਰਿਫਲੈਕਸ਼ਨ ਕੀ ਤਰ੍ਹਾਂ ਉਸਦੇ ਨਾਲ ਨਾਲ ਹੀ ਤੁਰਦਾ ਰਹਿੰਦਾ ਸੀ। ਇਹਨਾਂ ਦਿਨਾਂ ਵਿੱਚ ਵੀ ਉਹ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ, ਜਿਵੇਂ ਕੁੱਲੇ ਵਹਿਕੜੇ ਨੂੰ ਹੱਲੀ ਜੋ ਦਿੱਤਾ ਹੋਏ। ਉਸਨੂੰ ਤਾਂ ਅਜੇ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ। ਉਸਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾਂ ਵੱਜ ਗਈ ਸੀ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ। ਸਾਹ ਖੜਕ ਖੜਕ ਕਰਕੇ ਆ ਰਿਹਾ ਸੀ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸ ਨੂੰ ਦੇ ਜਵਾਬ ਦੇਣ ਦੇ ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲੈ ਜਾਂਦਾ ਸੀ। ਅਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ, ਅਮਰੀਕ ਤਿੰਨੇ ਕਰਤਾਰ ਦੀ ਲਾਸ਼ ਸ਼ਾਮ ਦੇ ਗੁਸਮੁਮੇ ਵਿੱਚ ਪਿੰਡ ਲੈ ਆਏ ਸਨ। ਵੱਡੀ ਕੁੜੀ ਬੱਸੋ, ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਆਂ ਮਤਲਬ ਆਪਣੇ ਸਸੁਰਾਲ ਤੋਂ ਆਈ, ਪਿਤਾ ਦੀ ਲਾਸ਼ ਆਣੀ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ 'ਤੇ ਆ ਡਿੱਗੀ। ਸਾਰਾ ਪਰਿਵਾਰ ਠਾਹਾਂ ਮਾਰ ਰਿਹਾ ਸੀ। ਲੋਕ ਜੁੜ ਗਏ ਸਨ ਅਤੇ ਉਹ ਸਾਰੀ ਰਾਤ ਉਹਨਾਂ ਦੀਆਂ ਰੋਂਦਿਆਂ ਗੁਜ਼ਾਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ। ਹੋਰ ਰਿਸ਼ਤੇਦਾਰਾਂ ਦੇ ਆਉਣ 'ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਅਮਰੀਕ ਸਿਆਂ ਫਿਕਰ ਨਾ ਕਰ, ਜੋ ਆਇਆ ਸੀ ਚਲਸੀ, ਮਤਲਬ ਜੋ ਆਇਆ ਥਾ ਉਹ ਚਲਾ ਗਿਆ। ਮਹਾਰਾਜ 'ਚ ਲਿਖੀਏ ਜਗ ਚੱਲਣੀ ਸਰਾਏ, ਉਹਨੂੰ ਲੈ ਬੈਠੇ ਉਹਦੇ ਵੇਲ, ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ। ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀਰੀਏ। ਤਾਂ ਅਮਰੀਕ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਜੋ ਮਰ ਜਾਂਦਾ ਉਸਦੇ ਨਾਲ ਮਰਿਆ ਨਹੀਂ ਜਾਂਦਾ, ਬਲਕਿ ਅੱਗੇ बढ़ना ਚਾਹੀਦਾ ਹੈ। ਹੁਣ ਤਾਂ ਸ਼ੇਰਾਂ ਟੱਬਰ ਦਾ ਪਾਰ ਸਿਰ ਹੈ। ਅਮਰੀਕ ਨੂੰ ਇਹ ਸਮਝਾਇਆ ਜਾਂਦਾ, ਹੁਣ ਪਰਿਵਾਰ ਦਾ ਸਾਰਾ ਭਾਰ ਤੇਰੇ ਸਿਰ 'ਤੇ ਹੀ ਹੈ, ਮਰਦ ਬਣ ਕੇ ਜ਼ਿੰਮੇਦਾਰੀ ਸੰਭਾਲ ਲਈ। ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸ ਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ, ਨਾਲ ਵਾਂਗੂ। ਉਸਨੇ ਇਹ ਫਰਜ਼ ਉਸਕੋ ਐਸਾ ਲੱਗ ਰਿਹਾ ਸੀ ਕਿ ਉਸਨੂੰ ਨਾਗ ਮਤਲਬ ਸਾਂਪ ਨੇ ਉਸਨੂੰ ਜਕੜ ਲਿਆ। ਇਸ ਨਾਗ ਦਾ ਪਹਿਲਾ ਡੰਕ ਉਸਦੇ ਉਦੋਂ ਵੱਜਾ ਸੀ। ਅਤੇ ਇਸ ਪੈਰਾਗ੍ਰਾਫ 'ਚੋਂ ਸਾਨੂੰ ਇਹ ਪਤਾ ਲੱਗਿਆ ਕਰਤਾਰ ਸਿੰਘ ਦੀ ਮੌਤ ਦਾ ਕਾਰਨ। ਕਰਤਾਰ ਸਿੰਘ ਦੀ ਮੌਤ ਦਾ ਕਾਰਨ ਨਸ਼ਾ ਸੀ, ਜੋ ਕਿ ਉਹ ਬਹੁਤ ਨਸ਼ਾ ਕਰਦਾ ਸੀ ਅਤੇ ਉਹ ਨਸ਼ੇ ਕਾਰਨ ਬੇਹੋਸ਼ ਹੋ ਗਿਆ ਸੀ ਅਤੇ ਉਹਨੂੰ ਡਾਕਟਰਾਂ ਤੋਂ ਦਿਖਾਇਆ ਗਿਆ ਤਾਂ ਉਹ ਮਰਾ ਹੁਆ ਪਾਇਆ ਗਿਆ ਸੀ। ਅਤੇ ਉਸਦੀ ਦੋ ਧੀਆਂ ਆਪਣੇ ਸਸੁਰਾਲ ਤੋਂ ਵੀ ਆ ਜਾਂਦੀਆਂ ਹਨ ਅਤੇ ਬਹੁਤ ਸਾਰੇ ਰਿਸ਼ਤੇਦਾਰ ਵੀ ਆ ਜਾਂਦੇ ਸਨ ਅਤੇ ਉਹਦਾ ਸੰਸਕਾਰ ਦਿੱਤਾ ਗਿਆ ਸੀ। ਅਤੇ ਅਮਰੀਕ, ਜੋ ਕਰਤਾਰ ਸਿੰਘ ਦਾ ਵੱਡਾ ਪੁੱਤਰ ਸੀ, ਉਸਨੂੰ ਇਹ ਸਮਝਾਇਆ ਜਾਂਦਾ, ਹੁਣ ਸਾਰਾ ਜ਼ਿੰਮੇਦਾਰੀ ਪਰਿਵਾਰ ਦੀ ਤੇਰੇ ਸਿਰ 'ਤੇ ਹੈ ਅਤੇ ਹੁਣ ਮਰਿਆ ਨਾਲ ਮਰਿਆ ਨਹੀਂ ਜਾਂਦਾ। ਇਹ ਲਾਈਨ ਬਹੁਤ ਇੰਪੋਰਟੈਂਟ ਹਨ ਕਿ ਜੋ ਚਲਾ ਜਾਂਦਾ ਹੈ ਉਸਦੇ ਨਾਲ ਅਸੀਂ ਰੁਕ ਨਹੀਂ ਸਕਦੇ, ਸਾਨੂੰ ਹੋਰ ਵੀ ਚੱਲਣਾ ਚਾਹੀਦਾ ਹੈ। ਇੱਕ ਬੰਦਾ ਅਗਰ ਚਲਾ ਜਾਂਦਾ ਹੈ ਤਾਂ ਉਸ ਤੋਂ ਪਿੱਛੋਂ ਸਾਰੀ ਦੁਨੀਆ ਨਹੀਂ ਰੁਕਦੀ। ਅਤੇ ਦੋ ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਲਈ। ਅਤੇ ਉਹ ਇਹ ਫਰਜ਼ ਉਸਨੂੰ ਐਸਾ ਲੱਗ ਰਿਹਾ ਸੀ ਕਿ ਕਿਸੇ ਸੱਪ ਨੇ ਉਸਨੂੰ ਬਹੁਤ ਟਾਈਟ ਪਕੜ ਲਿਆ ਹੋਵੇ। ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ
अमले समेत जीप ते आया। करतार सिंह की मौत के बाद उसका सोसाइटी का जो इंस्पैक्टर सीगा वो मौत के 8वें दिन आया ते कहन लगा उसके प्यो की मौत का अफसोस करन तो पिछे रजिस्टर फोल के 1650 रुपये खाद के करजे जो ਉਹਦੇ ਪਿਓ ਨੇ ਦੇ ਨਾਂ 'ਤੇ ਦੱਸਦਿਆਂ ਕਿਹਾ ਸੀ। ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਕਤ ਜਮ੍ਹਾਂ ਕਰਾਉਣੇ ਪੈਣੇ ਹਨ ਅਤੇ ਅਮਰੀਕ ਨੂੰ ਅੱਗੇ ਕੁਝ ਹੋੜ ਨਹੀਂ ਸੀ ਰਿਹਾ ਕੁਝ ਮੁਹੱਲਤ ਜਾਂ ਰਿਆਇਤ ਮੰਗਣ 'ਤੇ ਉਸਨੇ ਕਿਹਾ ਸੀ ਕਿ ਉਹ 2 ਕਿਸ਼ਤਾਂ ਵਿੱਚ ਪੈਸੇ ਚੁੱਕਦੇ ਕਰ ਦੇਵੇ। ਪਹਿਲਾਂ ਕਿਸ਼ਤ ਲਈ ਉਹਨੇ 15 ਦਿਨਾਂ ਦੀ ਮੁਹੱਲਤ ਦਿੱਤੀ ਅਤੇ ਇਹ ਰਿਆਇਤ ਵੀ ਉਹ ਮੁਲਾਜ਼ਮ ਪਰਾ ਹੋਣ ਦੇ ਨਾਲ ਤੇ ਕਰ ਗਿਆ ਸੀ। ਅਤੇ ਜੋ ਇੰਸਪੈਕਟਰ ਸੀ ਉਹ ਕਰਤਾਰ ਸਿੰਘ ਦੇ ਘਰ ਆਉਂਦਾ ਸੀ ਤਾਂ ਉਸਦੇ ਵੱਡੇ ਪੁੱਤਰ ਤੋਂ ਉਹਨਾਂ ਦੇ 1600 ਰੁਪਏ ਮੰਗਦਾ ਸੀ ਜੋ ਉਸਨੇ ਖਾਦ ਦੇ ਦਰਜੇ ਵਿੱਚ ਲਗਾਏ ਹੋਏ ਸੀਗੇ। ਤਾਂ ਜੋ ਅਮਰੀਕ ਹੁੰਦਾ ਹੈ ਉਹ ਥੋੜ੍ਹੀ ਸੀ ਰਿਆਇਤ ਮੰਗਦਾ ਹੈ ਕਿ ਜੋ ਪੈਸੇ ਆ ਅਸੀਂ ਥੋੜ੍ਹੇ 15 ਦਿਨਾਂ 'ਚ ਜਾਂ ਥੋੜ੍ਹੇ ਦਿਨਾਂ 'ਚ ਦੇ ਦਿਆਂਗੇ। ਛੋਟਾ ਮਹਿੰਦਰ ਕੋਈ ਬਹੁਤਾ ਸਾਊ ਨਹੀਂ ਸੀ ਨਿਕਲਿਆ। ਉਹ ਤਾਂ ਵਾਹੀ ਵੱਲ ਕੋਈ ਬਹੁਤ ਧਿਆਨ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ ਸਨ ਅਤੇ ਉਹ ਹਜ਼ਾਰੀ ਡੂੰਘੇ ਅਤੇ ਕੋਠੇ 'ਤੇ ਉਕੜਦੇ ਕਬੂਤਰਾਂ ਨੂੰ ਅਸਮਾਨ 'ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ। ਪਿਓ ਨੂੰ ਵੀ ਅੱਗੇ ਸਿੱਧਾ ਆਉਂਦਾ ਸੀ। ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤ ਆਸ ਨਹੀਂ ਸੀ। ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜ੍ਹਦੀ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ 2 ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ ਨਹੀਂ ਤਾਂ ਤੇ ਉਸ ਲੰਬਾ ਹੋਕਾ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਭਾਵੇਂ ਅਫੀਮ ਖਾਂਦਾ ਸੀ। ਜੋ ਕਰਤਾਰ ਸਿੰਘ ਸੀਗਾ ਉਹ ਸ਼ਰਾਬ ਵੀ ਪੀਂਦਾ ਸੀ ਅਤੇ ਅਫੀਮ ਵੀ ਖਾਂਦਾ ਸੀ। ਅਮਰੀਕ ਨੂੰ ਤਾਂ ਪਿਓ ਦੇ ਜਿੰਦੂਆ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ। जब करतार सिंह जिंदा ਸੀਗਾ ਤਾਂ ਅਮਰੀਕ ਨੂੰ ਆਪਣੇ ਪਰਿਵਾਰ ਦੀ ਕੋਈ ਚਿੰਤਾ ਨਹੀਂ ਸੀ। ਉਹ ਤਾਂ ਮਹੀਨੋਂ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ 'ਤੇ ਲਿਆ ਰੱਖਦਾ ਸੀ। ਉਹ ਜੋ ਮਹੀਨੇ ਦੀ ਤਨਖਾਹ ਹੁੰਦੀ ਸੀ ਅੱਧੀ ਆਪਣੇ ਪਾਸ ਅਤੇ ਅੱਧੀ ਆਪਣੀ ਮਾਂ ਨੂੰ ਹੀ ਦਿੰਦਾ ਸੀ। ਤਨਖਾਹ ਨਾਲ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਨ। ਅਮਰੀਕ ਨੇ ਕਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ। ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਦੇ ਅਫੀਮ ਖਾਣ ਦਾ ਇੱਕ ਤਰ੍ਹਾਂ ਦੀ ਚਿੜ ਜਿਹੀ ਸੀ। ਜੋ ਮਰਜ਼ੀ ਕਰੋ ਮੇਰੀ ਵੱਲੋਂ ਉਹਦਾ ਕੁਝ ਇੰਝ ਦਾ ਰਵੱਈਆ ਸੀ। ਉਹ ਅੰਦਰੋਂ ਅੰਦਰੀ ਪਿਓ ਦੇ ਦੂਰ ਨਾ ਹੁੰਦਾ ਖਬਰੇ ਉਹਨੂੰ ਪਿਆਰ ਕਰਦਾ ਸਮਝਾਉਂਦਾ ਅਤੇ ਉਹ ਉਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਤੋਂ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ। ਉਹ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ ਫਿਰ ਖੋਲ੍ਹੀਆਂ। ਅੱਖਾਂ ਵਿਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ। ਕਈ ਸਾਲਾਂ ਤੋਂ ਉਹ ਪਿਓ ਨਾਲ ਘੁੱਟਿਆ ਰਿਹਾ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ। ਉਹ ਵੀ ਇੰਝ ਕਰਦਾ ਸੀ ਪਰ ਉਹ ਕੁਝ ਵੀ ਨਹੀਂ ਸਨ ਕਰ ਸਕੇ। ਉਹਦਾ ਪਿਓ ਤੁਰ ਗਿਆ ਛੋਟੀ ਉਮਰ ਵਿੱਚ ਹੀ। 45 ਸਾਲ ਦੀ ਕੋਈ ਉਮਰ ਨਹੀਂ ਹੁੰਦੀ। ਉਹਦੇ ਅੰਦਰ ਭਵਈ ਰਿੰਝ ਜਾਗੀ। ਕਾਸ਼ ਕਿਤੇ ਉਹਦਾ ਪਿਓ ਜਿੰਦਾ ਹੋ ਜਾਵੇ ਅਤੇ ਉਹ ਉਸ ਨਾਲ ਇੰਨਾ ਪਿਆਰ ਕਰੇ ਅਤੇ ਉਹ ਦੂਰ ਬਚਪਨ ਵਿੱਚ ਗੁਆਚ ਗਿਆ। ਨਿੱਕੀ ਦਾੜੀ ਵਾਲਾ ਉਹਦਾ ਪਿਓ ਉਸ ਦੀ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਸੀ ਤਾਂ ਮਾਸਟਰ ਮੁਲਖਰਾਜ ਅਮਰੀਕ ਨੂੰ ਉਹਦੀ ਪਿੱਠ ਥਾਪੜਿਆ ਕਹਿ ਰਿਹਾ ਸੀ, ਆਹ ਵੇਖ ਤੇਰੇ ਜਿਹੇ ਮੁੰਡੇ ਸਾਡੇ ਮੁੰਡੇ। ਉਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਤੋਂ ਵੀ ਛੋਟਾ। ਉਹ ਮੁੰਡੀਏ ਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ ਜੇ ਤੇ ਹੁਣ ਮਰੀਕ
ਸਰਦਾਰ ਵੀ ਪੜ੍ਹਿਆ ਘਰੋਂ ਆ ਜਾ ਪੁੱਤਰਾ ਆ ਜਾ। ਤਾਂ ਇਸ ਪੈਰੇ ਤੋਂ ਅਮਰੀਕ ਜੋ ਹੁੰਦਾ ਹੈ ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰਦਾ ਹੈ। ਜਦ ਉਹ ਛੋਟਾ ਸੀਗਾ ਤਾਂ ਉਸਦਾ ਪੁੱਤਰ ਉਸਦਾ ਪਿਤਾ ਉਸਨੂੰ ਕਿੰਨਾ ਪਿਆਰ ਕਰਦਾ ਸੀ, ਅਤੇ ਉਹ ਇਹ ਸਾਰੀਆਂ ਗੱਲਾਂ ਸੋਚ ਕੇ ਉਸ ਦੀ ਅੱਖਾਂ ਵਿੱਚ ਰੋਣਾ ਵੀ ਆ ਜਾਂਦਾ, ਉਸਦੇ ਅੱਖਾਂ ਵਿੱਚ ਆਂਸੂ ਵੀ ਆ ਜਾਂਦੇ ਸੀਗੇ। ਅਤੇ ਇਸ ਵਿੱਚ ਇਹੀ ਹੈ ਕਿ ਕਰਤਾਰ ਸਿੰਘ ਆਪਣੇ ਪੁੱਤਰ ਅਮਰੀਕ ਨੂੰ ਬਹੁਤ ਪਿਆਰ ਕਰਦਾ ਸੀ। ਉਸਦੇ ਸਰੀਰ ਦੀ ਬਣਤਰ ਦੀ ਨੌਜਵਾਨਾਂ ਵਰਗੀ ਸੀ। ਕਰਤਾਰ ਸਿੰਘ ਜਦੋਂ ਅਮਰੀਕ ਨੂੰ ਪਹਿਲੀ ਜਮਾਤ ਵਿੱਚ ਸਕੂਲ ਦਾਖਲ ਕਰਵਾਉਣ ਗਿਆ ਸੀ ਤਾਂ ਉਸਦੀ ਨਿੱਕੀ ਨਿੱਕੀ ਦਾੜੀ ਵੇਖ ਕੇ ਮਾਸਟਰ ਜੀ ਬੜੇ ਖੁਸ਼ ਹੁੰਦੇ ਹਨ, ਅਤੇ ਅਮਰੀਕ ਨੂੰ ਜਦ ਵੀ ਕੋਈ ਅਜਨਬੀ ਉਸਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ ਸੀ। ਅਮਰੀਕ ਇਹ ਲਾਈਨ ਬਹੁਤ ਚੰਗੀ ਹੈ ਕਿ ਜੋ ਕਰਤਾਰ ਸਿੰਘ ਸੀਗਾ ਉਸਨੂੰ ਜਦੋਂ ਵੀ ਕੋਈ ਅਮਰੀਕ ਦਾ ਕੋਈ ਮਿਲਦਾ ਤਾਂ ਉਹ ਕਰਤਾਰ ਸਿੰਘ ਨੂੰ ਇਹੀ ਸਮਝਦਾ ਕਿ ਇਹ ਤਾਂ ਭਰਾ ਨੇ, ਇਹ ਇੱਕ ਦੂਜੇ ਦੇ ਵੱਡੇ ਭਰਾ ਨੇ। ਉਹ ਵੱਡਾ ਭਰਾ ਹੈ ਕਰਤਾਰ ਸਿੰਘ ਅਤੇ ਅਮਰੀਕ ਛੋਟਾ ਭਰਾ ਹੈ, ਪਰ ਉਹ ਤਾਂ ਪੁੱਤਰ ਅਤੇ ਪਿਤਾ ਦਾ ਸੰਬੰਧ ਸੀਗਾ। ਅਤੇ ਉਸਦੀ ਨਜ਼ਰ ਵਿੱਚ ਸਾਰੇ ਪਿਓਆਂ ਨੂੰ ਸਿਆਣੇ ਅਤੇ ਤੋਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ। ਅਤੇ ਜੋ ਵੀ ਅਸੀਂ ਇਸਦਾ ਪੜ੍ਹਿਆ ਉਹ ਮੈਂ ਤੁਸੀਂ ਸਮਝਾ ਦਿੱਤਾ ਹੈ। ਅਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ 'ਤੇ ਖਲੋਤਾ ਹੱਸ ਰਿਹਾ ਸੀ। ਕੱਕੀ ਦਾੜੀ ਅਤੇ ਨਿੱਕੀਆਂ ਨਿੱਕੀਆਂ ਮੁੰਡਾਂ ਵਾਲਾ, ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ, ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ, ਅਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਹਾਂ, ਹੁਣ ਸਾਡੋਂ ਛਾਲਾਂ ਕਿੱਥੋਂ ਵੱਜਦੀਆਂ ਬੁੱਢੀਆਂ ਬੰਦਿਆਂ ਤੋਂ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਕਹਿੰਦਾ, ਤੂੰ ਮਾਰਿਆ ਕਰ ਛਾਰਾਂ ਪੁੱਤਰਾ, ਹੁਣ ਸਾਡੀ ਥਾਂ 'ਤੇ ਬੁੱਢੀਆਂ ਬੰਦਿਆਂ ਦੀ ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਸੀ ਕਿ ਉਹਦਾ ਪਿਓ ਬੁੱਢਾ ਹੋਵੇ, ਉਹਦੀ ਦਾੜੀ ਵਿੱਚ ਤੋਲੇ ਆਉਣ, ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ, ਇਹੋ ਆਖਦਾ ਉਹ ਤੇਰਾ ਵੱਡਾ ਭਰਾ ਹੈ। ਅਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਉਹਦਾ ਪਿਓ ਕਿਉਂ ਨਹੀਂ ਲੱਗਦਾ, ਭਰਾ ਕਿਉਂ ਲੱਗਦਾ ਹੈ। ਅਤੇ ਉਹ ਸੋਚਦਾ ਸਾਰੇ ਪਿਓਆਂ ਨੂੰ ਸਿਆਣੇ ਤੋਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ। ਅਮਰੀਕ ਸੋਚਦਾ ਸੀ ਤਾਂ ਉਸਦਾ ਪਿਤਾ ਉਸਦਾ ਭਰਾ ਹੀ ਕਿਉਂ ਲੱਗਦਾ ਹੈ, ਉਸਦੀ ਦਾੜੀ ਕਿਉਂ ਨਹੀਂ ਹੈ। ਅਤੇ ਛਾਲੀ ਮਾਰਦੇ ਅਮਰੀਕ ਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, ਪੁੱਤਰਾ ਆਉਂਦੀਆਂ ਗੱਲਾਂ ਤੈਨੂੰ ਤੇਰੇ ਸਿਰਾਂ 'ਤੇ ਇਹ ਸੱਜੇ ਸਿਰ 'ਤੇ ਪਈ ਫਿਰ ਵੇਖੀ। ਇਹ ਸੀਸਾਂ ਪਿਓ ਦੇ ਸਿਰ ਨੂੰ ਜਿਹੜਾ ਸਿੰਗਾਪੁਰੋਂ 4 ਪੈਸੇ ਘੱਲੀਏ ਜਾਂਦੇ, ਅਤੇ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ 'ਤੇ ਛੱਡਣਾ ਦਾ ਅਤੇ ਆ ਪਿੰਡ ਦੀਆਂ ਠਾਣੀਆਂ ਵਿੱਚੋਂ 2 ਘੋੜਾ ਬੋਸਕੀ ਦੀ ਲਿਸ਼ਕਦੀ ਕਮੀਜ਼ ਪਾਈ, ਸਿਰ 'ਤੇ ਗਾਜਰੀ ਪੱਗ ਬੰਨੀ ਫਿਰਦਾ ਰਹਿੰਦਾ। ਉਸਦੇ ਹੱਥਾਂ ਵਿੱਚ ਤੇਲ ਨਾਲ ਲਸ਼ਕਦੀ ਸਮਾਂ ਵਾਲੀ ਡਾਂਗ ਹੁੰਦੀ। ਯਾਰ ਬੋਲੀ ਪੈਸਾ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਉਸਦੇ ਪਿਤਾ ਨੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਛਾਲਾਂ ਮਾਰਨ ਦੇ ਕੌਡੀ ਖੇਡਣ ਤੋਂ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ, ਅਤੇ ਉਹ ਡਾਣੀਆਂ ਬਣ ਕੇ ਸ਼ਿਕਾਰ ਤੁਰਦਿਆਂ ਰਹਿੰਦਾ। ਉਹ ਅਜੇ ਨਵੀਆਂ ਖਾਦਾਂ ਅਤੇ ਬੀਜ ਤੁਰੇ ਨਹੀਂ ਸਨ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਕਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਸ਼ਾਇਦ ਉਸਦਾ ਬਹੁਤ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰੀਆ ਵਿੱਚੋਂ ਹੀ ਉਡਾ ਦਿੰਦਾ ਸੀ। ਪਿੰਡ ਵਿੱਚ ਉਸਦੀ ਇੱਜ਼ਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਪੁੱਤ ਹੋਣ ਕਰਕੇ, ਅਤੇ 4 ਬੰਦੀਆਂ ਟਾਂਗਾਂ
ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਨਾਲ ਤੇ ਯਾਰ ਨੂੰ ਲੜਾਉਂਦੇ ਰਹਿੰਦੇ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਦਾਣਿਆਂ ਵਿੱਚ ਫਿਰਨ ਤੋਂ ਵਜਦੀ ਰਹਿੰਦੀ, ਪਰ ਉਹ ਕਿਸ ਦੀ ਪਰਵਾਹ ਕਰਦਾ ਸੀ। ਪਤਨੀ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਉਸਦੇ ਉਬਸਰੋ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਾਖਲ ਦੇਣ ਦਾ, ਉਸਦਾ ਇਹ ਵਿਚਾਰ ਸੀ। ਤੇ ਇੰਜ ਦਿਨ ਗੁਜ਼ਰਦੇ ਰਹੇ ਸਨ। ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ। ਅਮਰੀਕ ਦੇ ਜੰਮਣ ਤੋਂ ਜਦੋਂ ਵੀ ਉਹ ਆਇਆ ਤਾਂ ਉਦੋਂ ਤੋਂ ਕੋਠੜੀਆਂ ਅੱਗੇ ਸੋਫਾ ਤੇ ਅੱਗੇ ਬਰਾਂਡਾ ਛੜਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ, ਕੋਈ ਜ਼ਮੀਨ ਖਰੀਦ ਲਵੇ। ਤੇ ਕਰਤਾਰ ਸਿੰਘ ਜੀ ਦਾ ਜੋ ਪਿਤਾ ਸੀ, ਯਾਨੀ ਕਿ ਅਮਰੀਕ ਸੀ ਦਾ ਜੋ ਦਾਦਾ ਸੀ, ਉਹ ਉਸਦੇ ਪਿਤਾ ਨੂੰ ਕਹਿੰਦਾ ਕਿ ਤੂੰ ਕੋਈ ਜ਼ਮੀਨ ਖਰੀਦ ਲਵੇ, ਇੰਜ ਕੋਈ ਖਰਚਾ ਨਾ ਕਰਿਆ ਕਰ। ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ ਦੀ, ਜ਼ਮੀਨ ਗਹਿਣੇ ਪੈ ਜਾਣ ਤੋਂ ਘਰੋਂ ਨਿਕਲਿਆ ਸੀ ਤੇ ਕਿਵੇਂ ਉਸਦੇ ਹੌਲੀ ਗਹਿਣੇ ਪਈ ਸਾਰੀ ਪੈਲੀ ਛੁਡਵਾਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੇ ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਸ਼ਮੀ ਨਹੀਂ ਸੀ ਸਮਝਦੀ, ਜਿੱਥੇ ਫੋਕੀ ਛੂੰ-ਛਾਂ ਦੇ ਕੋਈ ਅਰਥ ਨਹੀਂ ਸਨ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਦੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸੀਆ, ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵੇਲੇ ਸੋਫੀ ਹਾਲਤ ਵਿੱਚ ਹੋਵੇ ਤਾਂ ਐ ਨਾ ਕਰ। ਤੂੰ ਜਿਹੜੀ ਕਰਨੀ ਹੈ ਤੇਰੀ, ਨਹੀਂ ਤਾਂ ਹੋਰ ਕੀ ਦੀ ਮੰਨਣੀ ਆ। ਤੇਰੇ ਸਿਰ ਤੇ ਬਜ਼ੁਰਗ ਐਸ਼ਾ ਕਰਦੇ ਹਾਂ। ਤੇ ਹੁਣ ਅਸੀਂ ਇਹ ਚੈਪਟਰ ਪੜ੍ਹ ਲਿਆ ਤੇ ਇਸ ਪੈਰੇ ਤੋਂ ਬਤਾਇਆ ਗਿਆ ਹੈ ਕਿ ਜੋ ਅਮਰੀਕ ਦੀ ਸਰਕਾਰੀ ਨੌਕਰੀ ਕਰਕੇ ਜ਼ਿਆਦਾ ਸਮੇਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਜਦੋਂ ਉਹ ਮੁੜ ਨੌਕਰੀ 'ਤੇ ਜਾਣਾ ਲੱਗਾ ਤਾਂ ਉਹ ਚਾਹੁੰਦਾ ਸੀ ਕਿ ਉਸ ਪੌਣੇ ਕਿਲੋ ਵਿੱਚ ਪੱਠੇ ਬੀਜੇ ਜਾਣ। ਜਾਗੀਰ ਕੌਰ ਨੇ ਉਸਨੂੰ ਦੱਸਿਆ ਕਿ ਪਿਛਲੇ ਸਾਲ ਉਸਦੀ ਭੈਣ ਦੀ ਸੱਸ ਦੇ ਇਕੱਠ 'ਤੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਪੌਣਾ ਕਿੱਲਾ ਦਾ ਪਿਛਲੇ ਸਾਲ ਦਾ ਗਹਿਣੇ ਪਰ ਦਿੱਤਾ ਹੋਇਆ ਹੈ। ਤੇ ਇਸ ਕਹਾਣੀ ਦੇ ਵਿਚਾਰ ਕੀ ਸਨ? ਇਸ ਕਹਾਣੀ ਦੇ ਇਹ ਵਿਚਾਰ ਸੀ ਕਿ ਅੰਗ ਸੰਗ ਵਿੱਚ ਔਰਤਾਂ ਲਈ ਬਹੁਤ ਚੰਗੇ ਵਿਚਾਰ ਨਹੀਂ ਸਨ। ਕਹਾਣੀ ਦੇ ਵਿੱਚ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਚੁੱਪਚਾਪ ਕੰਮਕਾਜ ਕਰਦੇ ਰਹਿਣਾ ਚਾਹੀਦਾ ਹੈ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਤਾਣਿਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ, ਪਰ ਉਸ ਦੀ ਪਰਵਾਹ ਕਰਦਾ ਸੀ। ਉਹਨਾਂ ਦੇ ਅਨੁਸਾਰ ਪਤਨੀ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਉਸ ਅੱਗੇ ਉਭਾਰ ਸਰੇ। ਉਹਨਾਂ ਦੇ ਵਿਚਾਰਾਂ ਅਨੁਸਾਰ ਵਿੱਚ ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਾਖਲ ਦੇਣ ਦਾ ਨਹੀਂ। ਤੇ ਇੰਜ ਦਿਨ ਗੁਜ਼ਰਦੇ ਰਹਿਣ। ਤਾਂ ਇਹੀ ਸਭ ਚੀਜ਼ਾਂ ਸੀਗੀਆਂ ਜੋ ਇਸ ਪਾਠ 'ਚ ਸੀਗੀਆਂ। ਔਰਤਾਂ ਲਈ ਲੋਕਾਂ ਦੇ ਵਿਚਾਰ ਤੇ ਕਿਵੇਂ ਜੋ ਅਮਰੀਕ ਸੀਗਾ ਔਰ ਜੋ ਉਸਦਾ ਪਿਤਾ ਸੀਗਾ, ਉਹ ਕਰਤਾਰ ਸਿੰਘ ਦੀ ਮੌਤ ਕਿਵੇਂ ਹੋਈ, ਅਮਰੀਕ ਦੇ ਸਿਰ ਤੋਂ ਕਿਵੇਂ ਇੰਨਾ ਸਾਰਾ ਬੋਝ ਆ ਗਿਆ ਸੀ। ਤੇ ਇਹ ਪਾਰਟ 1 ਸੀਗਾ ਇਸ ਕਹਾਣੀ ਦਾ। ਦੂਜਾ ਪਾਰਟ ਦੀ ਵੀਡੀਓ ਜਲਦ ਸਾਡੀ ਚੈਨਲ ਵਿੱਚ ਤੁਹਾਨੂੰ ਮਿਲ ਜਾਵੇਗੀ। वीडियो अच्छी लगी हो तो लाइक करना, अपने फ्रेंड्स के साथ शेयर करना, सब्सक्राइब भी ज़रूर करना। थैंक्स फॉर वॉचिंग। धन्यवाद।